ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਤੁਹਾਡੇ ਨਾਲ ਆਪਾਂ ਜਪ ਬਾਣੀ ਦੀ ਲੜੀਵਾਰ ਜਿਹੜੀ ਵਿਚਾਰ ਹੈ ਉਹ ਆਰੰਭ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਮੰਗਲਾਚਰਨ, ਜਿਸ ਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਹਾਂ, ਉਸ ਦਾ ਪਾਠ ਆਪਾਂ ਰਲ ਮਿਲ ਕੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਮੰਗਲਾਚਰਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸੰਗਤਾਂ ਦੇ ਗਿਆਤ ਵਾਸਤੇ ਦੱਸ ਦਈਏ ਕਿ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 4 ਸਰੂਪਾਂ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਹੈ। ਜਿਹੜਾ ਸਰੂਪ ਆਪਾਂ ਹੁਣੇ ਹੀ ਪੜ੍ਹ ਕੇ ਹਟੇ ਹਾਂ, ਇਹ ਜਪ ਬਾਣੀ ਦੇ ਆਰੰਭ ਵਿੱਚ ਜਿਹੜਾ ਮੰਗਲਾਚਰਨ ਆਇਆ ਹੈ, ਇਹ ਸਰੂਪ ਮੁਕੰਮਲ ਸਰੂਪ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 33 ਵਾਰ ਇਹ ਸਰੂਪ ਗੁਰੂ ਸਾਹਿਬ ਜੀ ਨੇ ਲਿਖਿਆ ਹੈ। ਇਸ ਤੋਂ ਬਾਅਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੁਰੂ ਸਾਹਿਬ ਜੀ ਨੇ 9 ਵਾਰ ਮੰਗਲਾਚਰਨ ਇਸ ਸਰੂਪ ਵਿੱਚ ਬਿਆਨ ਕੀਤਾ ਹੈ। ਉਸ ਤੋਂ ਬਾਅਦ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਇਹ 2 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਮੰਗਲਾਚਰਨ ਲਿਖਿਆ ਹੈ। ਉਸ ਤੋਂ ਬਾਅਦ ਆਉਂਦਾ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ, ਇਹ 523 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੰਗਲਾਚਰਨ ਗੁਰੂ ਸਾਹਿਬ ਜੀ ਨੇ ਲਿਖਿਆ ਹੈ। ਅਤੇ ਜੇ ਆਪਾਂ ਕੁੱਲ ਗਿਣਤੀ ਕਰੀਏ ਤਾਂ 567 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਦੇਵ ਜੀ ਨੇ ਮੰਗਲਾਚਰਨ ਜਿਹੜਾ ਹੈ ਲਿਖਿਆ ਹੈ। ਮੰਗਲਾਚਰਨ ਮੂਲ ਮੰਤਰ ਕਿੱਥੇ ਕਿੱਥੇ ਆਇਆ ਹੈ? ਸਭ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਕੋਈ ਵਾਰ ਆਰੰਭ ਕਰਦੇ ਨੇ, ਉਹਦੇ ਆਰੰਭ ਵਿੱਚ ਮੂਲ ਮੰਤਰ ਮੰਗਲਾਚਰਨ ਲਿਖਦੇ ਨੇ। ਜਦੋਂ ਕੋਈ ਰਾਗ ਆਰੰਭ ਹੁੰਦਾ ਹੈ ਉਦੋਂ ਵੀ ਗੁਰੂ ਸਾਹਿਬ ਲਿਖਦੇ ਨੇ, ਜਾਂ ਇਸ ਤੋਂ ਬਿਨਾਂ ਜਦੋਂ ਕਿਸੇ ਗੁਰੂ ਪਾਤਸ਼ਾਹ ਦੀ ਬਾਣੀ, ਕਿਸੇ ਭਗਤ ਸਾਹਿਬਾਨ ਦੀ ਬਾਣੀ ਆਰੰਭ ਹੁੰਦੀ ਹੈ ਤੇ ਗੁਰਦੇਵ ਜੀ ਉਸ ਵਕਤ ਵੀ ਮੰਗਲਾਚਰਨ ਲਿਖਦੇ ਹਨ। ਤੋ ਆਪਾਂ ਇੱਥੇ ਮੰਗਲਾਚਰਨ ਦੇ ਜਿਹੜੇ ਅਰਥ ਭਾਵ ਅਰਥ ਬੜੇ ਪਿਆਰ ਦੇ ਨਾਲ ਸਮਝਣ ਦਾ ਯਤਨ ਕਰਨਾ ਹੈ। ਤੋ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਸਿੱਖਿਆ, ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪਾਂ ਬੜੇ ਪਿਆਰ ਦੇ ਨਾਲ ਸਮਝਣਾ। ਜਦੋਂ ਗੁਰੂ ਸਾਹਿਬ ਕੋਈ ਬਾਣੀ, ਵਾਰ, ਪੌੜੀ ਆਰੰਭ ਕਰਦੇ ਹਨ ਤਾਂ ਆਪਾਂ ਵੇਖਣਾ ਹੈ ਗੁਰੂ ਸਾਹਿਬ ਜੀ ਨੇ ਉਹਦੇ ਵਿੱਚੋਂ ਸਾਨੂੰ ਕੀ ਸੰਦੇਸ਼ ਬਖਸ਼ਿਸ਼ ਕੀਤਾ ਹੈ। ਜਿਵੇਂ ਕਿ ਆਪਾਂ ਵੇਖ ਰਹੇ ਹਾਂ ਕਿ ਜਿਹੜੀ ਬਾਣੀ ਆਪਾਂ ਪੜ੍ਹੀ ਹੈ ਜਪ, ਇਹਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਮੰਗਲਾਚਰਨ ਆਇਆ ਹੈ। ਤੋ ਗੁਰੂ ਸਾਹਿਬ ਜੀ ਨੇ ਇਸ ਮੰਗਲਾਚਰਨ ਦੇ ਰਾਹੀਂ ਜੋ ਸਾਨੂੰ ਸਿੱਖਿਆ, ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪਾਂ ਬੜੇ ਪਿਆਰ ਦੇ ਨਾਲ ਸਮਝਣ ਅਤੇ ਵਿਚਾਰਨ ਦਾ ਯਤਨ ਕਰਨਾ ਹੈ। ਜਿਵੇਂ ਇੱਕ ਓੰਕਾਰ ਭਾਵ ਪਰਮਾਤਮਾ ਇੱਕ ਹੈ ਅਤੇ ਸਰਬ ਵਿਆਪਕ ਹੈ। ਇਹਦੇ ਬਾਰੇ ਵੀ ਕਈ ਵਾਰੀ ਸਾਡੇ ਮਨਾਂ ਵਿੱਚ ਖਿਆਲ ਆਉਂਦਾ ਹੈ ਕਿ ਦੂਜੇ ਮਤਾਂ ਦੇ ਲੋਕ ਵੀ ਇਹ ਕਹਿੰਦੇ ਰੱਬ ਇੱਕ ਹੈ, ਵੀ ਸਾਡੇ ਤੋਂ ਉਹਨਾਂ 'ਚ ਕੀ ਫਰਕ ਹੈ। ਜਿਵੇਂ ਇਸਲਾਮ ਵਾਲੇ ਜਿਹੜੇ ਵੀਰ ਨੇ, ਮੁਸਲਮਾਨ ਭਰਾ ਨੇ, ਉਹਨਾਂ ਦਾ ਅਕੀਦਾ ਹੈ ਵੀ ਸਾਡਾ ਅੱਲਾ ਇੱਕ ਹੈ। ਪਰ ਇੱਕ ਫਰਕ ਹੈ, ਉਹ ਅੱਲਾ ਇੱਕ ਨੂੰ ਮੰਨਦੇ ਜ਼ਰੂਰ ਨੇ, ਪਰ ਉਹ ਇੱਕ ਥਾਂ 'ਤੇ ਮੰਨਦੇ ਨੇ। ਉਹਨਾਂ ਦਾ ਅਕੀਦਾ ਇਹ ਵੀ ਹੈ ਕਿ ਉਹ ਸਾਡਾ ਅੱਲਾ ਮੱਕੇ ਵਿੱਚ ਵਸਦਾ ਹੈ, ਕਿਉਂਕਿ ਇਹਦਾ ਜ਼ਿਕਰ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ ਹੈ। ਜਦੋਂ ਗੁਰਬਾਣੀ ਦੇ ਵਿੱਚ ਲਿਖਿਆ ਵੀ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ। ਜੇ ਉਹਨਾਂ ਦਾ ਅਕੀਦਾ ਇਸ ਗੱਲ 'ਤੇ ਨਾ ਹੁੰਦਾ ਵੀ ਸਾਡਾ ਅੱਲਾ ਮੱਕੇ ਵਿੱਚ ਵਸਦਾ, ਅਤੇ ਭਗਤ ਕਬੀਰ ਜੀ ਕਦੀ ਉਹਨਾਂ 'ਤੇ ਸਵਾਲ ਨਾ ਜਿਹੜਾ ਉਹ ਕਰਦੇ। ਉਹ ਸਵਾਲ ਤਾਂ ਹੀ ਕਰ ਰਹੇ ਆ ਕਿ ਉਹਨਾਂ ਦਾ ਮੰਨਣਾ ਵੀ ਸਾਡਾ ਅੱਲਾ ਇੱਕ ਮੱਕੇ ਵਿੱਚ ਵਸਦਾ, ਅਤੇ ਭਗਤ ਕਬੀਰ ਜੀ ਬੜੇ ਪਿਆਰ ਨਾਲ ਪੁੱਛਦੇ ਵੀ ਜੇ ਅੱਲਾ ਇੱਕ ਮਸੀਤ ਵਿੱਚ ਵਸਦਾ ਅਤੇ ਬਾਕੀ ਦੁਨੀਆ ਕਿਸ ਆਸਰੇ 'ਤੇ ਚੱਲ ਰਹੀ ਹੈ। ਤੋ ਇਹਦੇ 'ਚ ਕੋਈ ਸ਼ੱਕ ਨਹੀਂ, ਭਗਤ ਨਾਮਦੇਵ ਜੀ ਨੇ ਵੀ ਇਸ ਬਾਰੇ ਜ਼ਿਕਰ ਕੀਤਾ ਵੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ। ਉੱਥੇ ਹਿੰਦੂ ਨੂੰ ਅੰਨਾ ਇਸ ਕਰਕੇ ਆਖਿਆ ਵੀ ਉਹਦੀ ਇੱਕ ਅੱਖ ਉਸ ਵਕਤ ਕਹੀ ਜਦੋਂ ਉਹਨੇ ਆਪਣੇ ਭਗਵਾਨ ਦੇ ਕਈ ਜਿਹੜੇ ਹਿੱਸੇ ਬਣਾ ਦਿੱਤੇ, ਵੀ ਇੱਕ ਭਗਵਾਨ 'ਤੇ ਉਹਦਾ ਵਿਸ਼ਵਾਸ ਨਹੀਂ ਹੈ, ਇੱਕ ਰੱਬ 'ਤੇ ਉਹਦਾ ਵਿਸ਼ਵਾਸ ਨਹੀਂ। ਉਹਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਰੱਬ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤੇ। ਦੂਜੀ ਅੱਖ ਉਹਦੀ ਉਦੋਂ ਗਈ ਜਦੋਂ ਉਹਨੇ ਆਪਣੇ ਬਣਾਏ ਹੋਏ ਭਗਵਾਨ ਦੇ ਉੱਤੇ ਹੀ ਹਾਸੋਹੀਣੀਆਂ ਸਾਖੀਆਂ ਘੜ ਦਿੱਤੀਆਂ। ਦੂਜਾ ਤੁਰਕੂ ਕਾਣਾ, ਮੁਸਲਮਾਨ ਨੂੰ ਕਾਣਾ ਇਸ ਕਰਕੇ ਆਖਿਆ ਵੀ ਇੱਕ ਅੱਖ ਖੁਦ ਕੋ ਹੈਗੀ ਹੈ ਵੀ ਉਹਦਾ ਵਿਸ਼ਵਾਸ ਇੱਕ 'ਤੇ ਆ, ਪਰ ਇੱਕ ਉਹਨੇ ਵੀ ਗਵਾ ਲਈ ਕਿਉਂਕਿ ਉਹਦਾ ਵਿਸ਼ਵਾਸ ਹੈ ਵੀ ਸਾਡਾ ਇੱਕ ਮੱਕੇ ਵਿੱਚ ਹੈ। ਜਦੋਂ ਅੱਗੇ ਆਖਿਆ ਦੋਵਾਂ 'ਤੇ ਗਿਆਨੀ ਸਿਆਣਾ, ਇੱਥੇ ਹੁਣ ਗਿਆਨੀ ਦਾ ਅਰਥ ਇਹ ਨਹੀਂ ਆ ਵੀ ਜਿਹਨੇ ਪਹਿਰਾਵਾ ਪਾਇਆ ਹੋਵੇ, ਜਿਹਨੇ ਗਾਤਰਾ ਸ੍ਰੀ ਸਾਹਿਬ ਪਾਈ ਹੋਵੇ, ਸਿਰਫ ਉਹੋ ਹੀ ਸਿਆਣਾ ਹੈ। ਨਹੀਂ, ਇੱਥੇ ਗੱਲ ਹੈ ਕੋਈ ਵੀ ਵਿਅਕਤੀ ਹੋ ਸਕਦਾ, ਭਾਵੇਂ ਇਸਲਾਮ 'ਚ ਪੈਦਾ ਹੋਇਆ ਕੋਈ ਵੀਰ ਸਾਡਾ, ਕੋਈ ਬ੍ਰਾਹਮਣ, ਕੋਈ ਹਿੰਦੂ ਵੀ ਹੋ ਸਕਦਾ ਹੈ, ਕੋਈ ਜੈਨੀ, ਬੋਧੀ, ਪਾਰਸੀ ਵੀ ਹੋ ਸਕਦਾ, ਕਿਸੇ ਨੂੰ ਵੀ ਇਸ ਗੱਲ ਦਾ ਬੋਧ ਹੋ ਸਕਦਾ ਹੈ। ਤਾਂ ਗਿਆਨੀ ਦਾ ਅਰਥ ਹੈ ਜਿਹਨੂੰ ਗੁਰੂ ਸਾਹਿਬ ਬਾਰੇ, ਰੱਬ ਬਾਰੇ ਗਿਆਨ ਹੈ, ਜਿਹਨੂੰ ਸਮਝ ਵਾ ਕਿ ਉਹ ਇੱਕ ਥਾਂ 'ਤੇ ਨਹੀਂ ਸਰਬ ਵਿਆਪਕ ਹੈਗਾ, ਇੱਕੋ ਹੀ ਆ ਪਰ ਅਨੇਕਾਂ ਰੂਪਾਂ ਵਿੱਚ ਵਿਆਪਕ ਹੈ। ਤੋ ਖੈਰ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਓੰਕਾਰ ਭਾਵ ਪ੍ਰਮਾਤਮਾ ਇੱਕ ਹੈ ਤੇ ਸਰਬ ਵਿਆਪਕ ਹੈ। ਕਿੱਦਾਂ ਇੱਕ ਹੈ? ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ
ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਵਿਰਲਾ ਬੁਝੈ ਕੋਈ। ਉਹ ਇੱਕ ਪ੍ਰਮਾਤਮਾ ਅਨੇਕਾਂ ਰੂਪਾਂ 'ਚ ਕਿਵੇਂ ਵਿਆਪਕ ਹੈਗਾ, ਇੱਕੋ ਹੀ ਆ, ਪਰ ਅਨੇਕਾਂ ਰੂਪਾਂ 'ਚ ਕਿਵੇਂ ਵਿਆਪਕ ਹੈ। ਜਿਵੇਂ ਅਸੀਂ ਮੱਝ ਗਾਂ ਦੇ ਥੱਲੇੋਂ ਦੁੱਧ ਚੋਂਦੇ ਹਾਂ, ਉਹ ਦੁੱਧ ਅਸੀਂ ਆਪਣੇ ਘਰ ਲੈ ਕੇ ਆਉਂਦੇ ਹਾਂ, ਉਸੇ ਦੁੱਧ ਦੇ ਕਿੰਨੇ ਰੂਪ ਸਾਡੇ ਘਰ ਵਿੱਚ ਪਏ ਹੁੰਦੇ ਨੇ। ਉਸੇ ਦੁੱਧ 'ਚੋਂ ਆਪਾਂ ਦਹੀਂ ਬਣਾਉਂਦੇ ਹਾਂ, ਉਸੇ ਦੁੱਧ ਵਿੱਚੋਂ ਆਪਾਂ ਮੱਖਣ ਕੱਢਦੇ ਹਾਂ, ਉਸੇ ਦੁੱਧ ਵਿੱਚੋਂ ਆਪਾਂ ਘਿਓ ਪੈਦਾ ਕਰਦੇ ਹਾਂ, ਉਸੇ ਦੁੱਧ ਵਿੱਚੋਂ ਲੱਸੀ ਪੈਦਾ ਕਰਦੇ ਹਾਂ, ਉਸੇ ਦੁੱਧ ਨੂੰ ਆਪਾਂ ਗਰਮ ਕਰਕੇ ਉਹਦੇ ਵਿੱਚੋਂ ਖੋਆ ਬਣਾਉਂਦੇ ਹਾਂ। ਹੁਣ ਕੋਈ ਬੰਦਾ ਕਹਿੰਦਾ ਜੀ ਮੈਨੂੰ ਇਹ ਦੁੱਧ ਚੋ ਕੇ ਡੇਅਰੀ ਫਾਰਮ 'ਤੇ ਗਿਆ, ਉੱਥੇ ਹੁਣ ਕਿੰਨੇ ਕਸਟਮਰ ਆਉਂਦੇ ਆ, ਕੋਈ ਉੱਥੋਂ ਪਨੀਰ ਲੈਣ ਜਾਂਦਾ, ਕੋਈ ਦੁੱਧ ਲੈਣ ਜਾਂਦਾ, ਕੋਈ ਘਿਓ ਲੈਣ ਜਾਂਦਾ, ਕੋਈ ਮੱਖਣ ਲੈਣ ਜਾਂਦਾ। ਤੋ ਚੋਇਆ ਸਿਰਫ ਦੁੱਧ ਸੀ, ਪਰ ਦੁੱਧ ਦੇ ਕਿੰਨੇ ਅੱਗੇ ਰੂਪ। ਹੁਣ ਇਹ ਨਹੀਂ ਆਪਾਂ ਕਹਿ ਸਕਦੇ ਘਿਓ ਵੱਖਰਾ ਦੁੱਧ ਵੱਖਰਾ, ਹੈਗੇ ਵੱਖਰੇ ਵੱਖਰੇ ਨੇ, ਪਰ ਉਹਨਾਂ ਦਾ ਮੂਲ ਇੱਕ ਹੀ ਆ, ਉਹ ਆ ਦੁੱਧ। ਦੁੱਧ ਤੋਂ ਪੈਦਾ ਹੋਏ ਨੇ। ਜਿਵੇਂ ਲੱਕੜ ਸਾਡੇ ਘਰ ਦੇ ਵਿੱਚ ਅਨੇਕਾਂ ਰੂਪਾਂ 'ਚ ਹੁੰਦੀ ਹੈ, ਖਿੜਕੀ ਦੇ ਰੂਪ 'ਚ, ਦਰਵਾਜ਼ੇ ਦੇ ਰੂਪ 'ਚ, ਟੇਬਲ ਦੇ ਰੂਪ 'ਚ, ਕੁਰਸੀ ਦੇ ਰੂਪ 'ਚ, ਪੌੜੀਆਂ ਨੂੰ ਵੀ ਲੱਗੀ ਹੁੰਦੀ ਹੈ। ਇੱਕੋ ਲੱਕੜ ਦੇ ਕਿੰਨੇ ਰੂਪ ਨੇ ਸਾਡੇ ਘਰ ਦੇ ਵਿੱਚ, ਲੱਕੜ ਇੱਕ ਹੀ ਆ, ਰੂਪ ਅਲੱਗ-ਅਲੱਗ ਆ। ਇਸੇ ਤਰ੍ਹਾਂ ਪ੍ਰਮਾਤਮਾ ਇੱਕ ਆ, ਉਹ ਅਨੇਕਾਂ ਰੂਪਾਂ 'ਚ ਆ, ਪਿਤਾ ਦੇ ਰੂਪ 'ਚ, ਭੈਣ ਦੇ ਰੂਪ 'ਚ, ਮਾਂ ਦੇ ਰੂਪ 'ਚ, ਪਤਨੀ ਦੇ ਰੂਪ 'ਚ, ਪਤੀ ਦੇ ਰੂਪ 'ਚ, ਸਮਾਜ ਵਿੱਚ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸਹਿਸ ਤਵ ਨੈਣ, ਨਨ ਨੈਣ ਹੈ ਤੋਏ ਕੋ। ਰੱਬ ਦੀਆਂ ਹਜ਼ਾਰਾਂ ਅੱਖਾਂ ਨੇ, ਰੱਬ ਦੀ ਇੱਕ ਵੀ ਅੱਖ ਨਹੀਂ। ਸਰਗੁਣ ਕਰਕੇ ਆ ਸਾਰੀਆਂ ਅੱਖਾਂ ਰੱਬ ਦੀਆਂ ਨੇ। ਜਦੋਂ ਤੁਸੀਂ ਵੇਖੋਗੇ ਇਹ ਉਹਨੇ ਪੈਦਾ ਕੀਤੀਆਂ, ਉਹਦੀਆਂ ਨੇ। ਤਾਂ ਗੁਰੂ ਸਾਹਿਬ ਨੇ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਵੀ ਇੱਕ ਓੰਕਾਰ ਹੈ, ਇੱਕ ਹੈ, ਪਰ ਇੱਕ ਰਸ ਉਹ ਮਾਲਕ ਸਾਰਿਆਂ ਵਿੱਚ ਵਿਆਪਕ ਹੈ। ਇੱਕ ਓੰਕਾਰ ਸਤ, ਸਤ ਦਾ ਅਰਥ ਹੈ ਉਹ ਸਦੀਵ ਹੈ, ਸਦਾ ਰਹਿਣ ਵਾਲਾ। ਇੱਕ ਓੰਕਾਰ ਸਤ ਨਾਮ, ਉਹਦਾ ਨਾਮ ਸਦੀਵ ਹੋਂਦ ਵਾਲਾ ਹੈ। ਇਹ ਨਹੀਂ ਵੀ ਅੱਜ ਹੈਗਾ ਤੇ ਕੱਲ ਨਹੀਂ ਹੋਏਗਾ, ਨਹੀਂ, ਐਸਾ ਨਹੀਂ। ਉਹ ਅੱਜ ਵੀ ਹੈ, ਕੱਲ ਵੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਵੀ ਜੇ ਅੱਜ ਇੱਕ ਹੈਗਾ ਤੇ ਕੱਲ ਨੂੰ ਨਹੀਂ ਰਹੇਗਾ, ਇਹੋ ਜੀ ਗੱਲ ਨਹੀਂ ਹੈ। ਹਮੇਸ਼ਾ ਉਹ ਸਰਵ ਵਿਆਪਕ ਪਰਮਾਤਮਾ ਸਾਡੇ ਕੋਲ ਹੈ। ਇਦਾਂ ਸਮਝਾਇਆ ਗੁਰੂ ਸਾਹਿਬ ਜੀ ਨੇ ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਮਨਾ ਹਰ ਮਾਲਕ ਵਾਹਿਗੁਰੂ ਹਰ ਵਕਤ ਤੇਰੇ ਨਾਲ ਹੈ। ਕਿੱਥੇ ਨਾਲ ਹੈ? ਉਹ ਤੇਰੇ ਅੰਦਰ ਵਸਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ। ਜਿਵੇਂ ਮਾਲਾ ਹੁੰਦੀ ਹੈ, ਉਹਦੇ ਵਿੱਚ ਕਿੰਨੇ ਮਣਕੇ ਹੁੰਦੇ ਨੇ। ਮਣਕੇ 100 ਵੀ ਹੋ ਸਕਦੇ ਆ, ਮਣਕੇ 50 ਵੀ ਹੋ ਸਕਦੇ ਆ, ਮਣਕੇ 20 ਵੀ ਹੋ ਸਕਦੇ ਆ, ਪਰ ਧਾਗਾ ਦੇ ਵਿੱਚ ਇੱਕੋ ਹੀ ਆ ਨਾ। ਕਹਿੰਦੇ ਇੱਕੋ ਮਾਲਕ ਦੇ ਅਨੇਕਾਂ ਰੂਪ ਨੇ। ਕਿਸੇ ਦਾ ਰੰਗ ਚਿੱਟਾ ਹੈ, ਕਿਸੇ ਦਾ ਕਾਲਾ ਹੈ, ਕਿਸੇ ਦੀ ਹਾਈਟ ਛੋਟੀ ਹੈ, ਕਿਸੇ ਦੀ ਵੱਡੀ ਹੈ। ਇੱਕੋ ਮਾਲਕ ਜਲ ਥਲ ਮਹੀਲ ਪੂਰਿਆ ਰਵਿਆਂ ਵਿੱਚ ਵਣਾ। ਤਾਂ ਗੁਰੂ ਸਾਹਿਬ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਉਸ ਮਾਲਕ ਨੂੰ ਸਾਡੇ ਸਾਹਮਣੇ ਰੱਖਿਆ ਵੀ ਉਹ ਮਾਲਕ ਕਿੱਦਾਂ ਹੈ, ਜਿਹੜਾ ਹਰ ਵਕਤ ਤੇਰੇ ਨਾਲ, ਹਰ ਵਕਤ ਤੇਰੇ ਸਾਹਮਣੇ, ਹਰ ਵਕਤ ਤੇਰੇ ਵਿੱਚ ਸਮਾਇਆ ਹੋਇਆ ਹੈ। ਤੂੰ ਉਹ ਤੋਂ ਵੱਖਰਾ ਨਹੀਂ ਹੈਗਾ। ਹਮੇਸ਼ਾ ਆਮ ਕਿਹਾ ਜਾਂਦਾ ਉਤਲਾ ਹੀ ਜਾਣੇ, ਸਾਡੀ ਭਾਸ਼ਾ 'ਚ ਆਮ ਇਹ ਸ਼ਬਦ ਹੈ। ਹਮੇਸ਼ਾ ਜਦੋਂ ਸਾਡੇ ਸਮਾਜ ਵਿੱਚ ਕੋਈ ਚੰਗਾ ਮਾੜਾ ਹੁੰਦਾ, ਉਹ ਉਤਲਾ ਇੱਕ ਦਿਨ ਜ਼ਰੂਰ ਫੈਸਲਾ ਕਰੇਗਾ। ਸਾਨੂੰ ਇੰਝ ਲੱਗਦਾ ਕਿ ਰੱਬ ਕਿਤੇ ਉੱਪਰ ਬੈਠਾ ਹੈ। ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਰੱਬ ਉੱਪਰ ਬੈਠਾ ਹੈ। ਉਹਨੇ ਆਖਿਆ ਨਹੀਂ, ਉਹ ਬਣਾ ਕੇ ਤੇਰੇ ਵਿੱਚ ਬੈਠਾ ਹੈ। ਅੱਗੇ ਜਾ ਕੇ ਆਪਾਂ ਵੇਖਾਂਗੇ ਵੀ ਕਰਤਾ ਪੁਰਖ ਦਾ ਕੀ ਮੀਨਿੰਗ ਹੈ। ਆਮ ਸਾਡੇ ਸਮਾਜ ਵਿੱਚ ਤੁਸੀਂ ਵੇਖੋ, ਉਤਲਾ ਜਾਣੇ ਭਾਈ, ਉਤਲਾ ਇੱਕ ਦਿਨ ਆਪਣਾ ਰੰਗ ਵਿਖਾਏਗਾ। ਉਹ ਸਾਡੇ ਦਿਮਾਗ 'ਚ ਇਹ ਗੱਲਾਂ ਬਹਿ ਗਈਆਂ ਵੀ ਸ਼ਾਇਦ ਉੱਪਰ ਬੈਠਾ ਹੈ। ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਮਹਾਰਾਜ ਨੇ ਕਿਹਾ ਵੀ ਉੱਪਰ ਬੈਠਾ। ਉਹਨੇ ਕਿਹਾ ਨਹੀਂ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਵੀ ਰਾਮ ਤੋਂ ਬਿਨਾ, ਉਹ ਰਮੇ ਹੋਏ ਪਰਮਾਤਮਾ ਤੋਂ ਬਿਨਾ ਕੋਈ ਦੂਜਾ ਵੀ ਹੈ ਬੋਲਣ ਵਾਲਾ? ਨਹੀਂ, ਉਹ ਮਾਲਕ ਹੀ ਤੇਰੇ ਹਰ ਵਕਤ ਤੇਰੇ ਅੰਗ ਸੰਗ ਹੈ, ਤੇਰੇ ਵਿੱਚ ਬੈਠਾ ਹੋਇਆ, ਤੇਰੇ ਵਿੱਚ ਸਮਾਇਆ ਹੋਇਆ। ਉਹਨੂੰ ਸਮਝ। ਤਾਂ ਜਦੋਂ ਅਸੀਂ ਇੰਜ ਪੇਸ਼ ਕਰਾਂਗੇ, ਇਦਾਂ ਸਮਝਾਂਗੇ ਉਹ ਪ੍ਰਮਾਤਮਾ ਸਾਡੇ ਵਿੱਚ ਵਸਿਆ ਹੋਇਆ, ਸਾਡੇ ਵਿੱਚ ਵਿਆਪਕ ਹੈ, ਤੇ ਮਨੁੱਖ ਜ਼ਿੰਦਗੀ 'ਚ ਚੰਗੇ ਮਾੜੇ ਕੰਮ ਕਰਨ ਲੱਗਿਆਂ ਜ਼ਰੂਰ ਵੇਖੇਗਾ। ਗਲਤ ਬੰਨੇ ਕਦਮ ਚੁੱਕਣ ਲੱਗਿਆਂ ਇਹ ਸੋਚੇਗਾ ਕਿ ਉਹ ਮਾਲਕ ਹਰ ਵਕਤ ਮੈਨੂੰ ਵੇਖ ਰਿਹਾ। ਜੇ ਆਪਾਂ ਇਹ ਕਹਾਂਗੇ ਉੱਪਰ ਬੈਠਾ, ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਦੋਂ ਅਸੀਂ ਇਹ ਕਹਿੰਦੇ ਵੀ ਰੱਬ ਉੱਪਰ ਬੈਠਾ ਵੇਖ ਰਿਹਾ, ਤੇ ਬੰਦਾ ਸੋਚ ਰਿਹਾ ਸ਼ਾਇਦ ਇਸੇ ਕਰਕੇ ਗੁਨਾਹ ਵੱਧ ਗਏ ਕਿ ਉੱਪਰ ਬੈਠਾ ਹੈ, ਇੱਥੇ ਦਿਨ ਵਾ, ਕਿਸੇ ਕੰਟਰੀ 'ਚ ਰਾਤ ਤੱਕ ਤੇ ਰਾਤ ਤੱਕ ਤੇ ਦਿਨ ਵਾ। ਬੰਦਾ ਸੋਚਦਾ ਕੀ ਤਾਂ ਇਸ ਵਕਤ ਹੁਣ ਉਹਨਾਂ ਨੂੰ ਵੇਖ ਰਿਹਾ ਹੋਵੇ। ਜੇ ਅਸੀਂ ਇਹ ਸੋਚਾਂਗੇ ਵੀ ਨਹੀਂ ਭਾਈ ਉਹ ਉੱਪਰ ਨਹੀਂ ਬੈਠਾ, ਉਹ ਇਨਸਾਨ ਤੇਰੇ ਅੰਦਰ ਬੈਠਾ। ਕਰਤਾ ਪੁਰਖ। ਇਸ ਤੋਂ ਬਾਅਦ ਜਦੋਂ ਆਪਾਂ ਇਹ ਵੇਖਦੇ ਹਾਂ ਕਿ ਗੁਰੂ ਸਾਹਿਬ ਦੇ ਜਿਹਨਾਂ ਮੰਗਲਾਚਰਨ ਦੇ ਵਿੱਚ ਇਹ ਗੁਣ ਪਰਮੇਸ਼ਰ ਦੇ ਬਿਆਨ ਕੀਤੇ ਹੈ। ਹੁਣ ਅੱਗੇ ਆ ਗਿਆ ਕਰਤਾ। ਕਰਤੇ ਦਾ ਅਰਥ ਹੈ ਬਣਾਉਣ ਵਾਲਾ। ਜਿਵੇਂ ਇਹ ਮੰਨ ਲਓ ਮਾਈਕ ਹੈ, ਜਿਸ ਕੰਪਨੀ ਨੇ ਵੀ ਮਾਈਕ ਤਿਆਰ ਕੀਤਾ ਉਹ ਕੰਪਨੀ ਇਸ ਮਾਈਕ ਦੀ ਕਰਤਾ ਹੈ। ਵੈਸੇ ਹਰ ਚੀਜ਼ ਦਾ ਕੋਈ ਨਾ ਕੋਈ ਕਰਤਾ ਹੁੰਦਾ ਹੈ। ਜਿਸ ਨੇ ਘਰ ਬਣਾਇਆ, ਘਰ ਬਣਾਉਣ ਵਾਲਾ, ਘਰ ਬਣਾਉਣ ਦਾ ਕਰਤਾ। ਜਿਹਨੇ ਗੱਡੀ ਤਿਆਰ ਕੀਤੀ ਹੈ, ਜਿਹਨੇ ਮੋਬਾਈਲ ਤਿਆਰ ਕੀਤਾ ਵਾ, ਉਹ ਉਸ ਮੋਬਾਈਲ ਤਿਆਰ ਕਰਨ ਦਾ ਕਰਤਾ ਹੋ ਗਿਆ। ਪਰ ਉਸ ਕੰਪਨੀ ਨੂੰ ਇਹ ਨਹੀਂ ਪਤਾ
कि मेरे अपने तैयार किए हुए मोबाइल, मेरे अपने तैयार किए हुए कैमरे, मेरे अपने तैयार किए हुए ਜਿਹੜੇ ਨੇ ਮਾਈਕ ਇਸ ਵਕਤ ਕਿੰਨੇ ਠੀਕ ਨੇ, ਕਿੰਨੇ ਖਰਾਬ ਹੋ ਚੁੱਕੇ ਨੇ। ਪਰ ਪ੍ਰਮਾਤਮਾ ਇੱਕ ਅਜਿਹਾ ਕਰਤਾ ਹੈ ਜਿਹਨੇ ਸਾਨੂੰ ਬਣਾਇਆ ਹੈ ਤੇ ਬਣਾ ਕੇ ਸਾਡੇ ਵਿੱਚ ਬੈਠਾ ਹੈ। ਉਹ ਕਿਤੇ ਨਹੀਂ ਲਿਖਿਆ ਵੀ ਪ੍ਰਮਾਤਮਾ ਉੱਪਰ ਬੈਠਾ ਹੈ, ਉਹ ਉੱਪਰ ਬੈਠਾ ਸਾਨੂੰ ਜਾਣੇਗਾ, ਨਹੀਂ, ਪ੍ਰਮਾਤਮਾ ਸਾਡੇ ਅੰਦਰ ਬੈਠਾ ਹੋਇਆ। ਇਹ ਆਮ ਸਾਡੇ ਸਮਾਜ ਵਿੱਚ ਇਹ ਸ਼ਬਦ ਬੋਲਿਆ ਜਾਂਦਾ, ਭਾਈ ਜਦੋਂ ਗਲਤ ਕੰਮ ਹੋਏਗਾ ਉਤਲਾ ਹੀ ਜਾਣੇਗਾ, ਉਤਲਾ ਹੀ ਇਨਸਾਫ ਕਰੇਗਾ। ਸਾਡੇ ਦਿਮਾਗ 'ਚ ਐਸੀਆਂ ਗੱਲਾਂ ਬੈਠ ਗਈਆਂ ਕਿ ਸ਼ਾਇਦ ਉਹ ਵੱਖਰਾ ਬੈਠਾ ਹੋਇਆ ਹੈ। ਨਹੀਂ, ਉਹ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਉਹ ਮਾਲਕ ਵਾਹਿਗੁਰੂ ਅਕਾਲ ਪੁਰਖ ਬਣਾ ਕੇ ਸਾਡੇ ਵਿੱਚ ਬੈਠਾ ਹੋਇਆ ਹੈ। ਤੋ ਜਿਵੇਂ ਗੁਰਬਾਣੀ 'ਚ ਆਉਂਦਾ ਵੀ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਵੀ ਇੱਕੋ ਮਾਲਕ ਵਾਹਿਗੁਰੂ ਅਕਾਲ ਪੁਰਖ ਅਨੇਕਾਂ ਰੂਪਾਂ ਵਿੱਚ ਸਾਡੇ ਵਿੱਚ ਸਰਬ ਵਿਆਪਕ ਹੈ। ਜਿਵੇਂ ਇੱਕ ਦੁੱਧ ਦੇ ਅਨੇਕਾਂ ਰੂਪ ਸਾਡੇ ਘਰ ਹੁੰਦੇ ਨੇ, ਜਿਵੇਂ ਇੱਕ ਲੱਕੜ ਦੇ ਅਨੇਕਾਂ ਰੂਪ ਸਾਡੇ ਘਰ ਨੇ, ਇੱਦਾਂ ਜਿਵੇਂ ਇੱਕ ਮਾਲਕ ਮਾਤਾ ਦੇ, ਪਿਤਾ ਦੇ, ਭੈਣ ਭਰਾ, ਸਮਾਜ ਵਿੱਚ ਅਸੀਂ ਜਦੋਂ ਵੇਖਣਾ, ਤਾਂ ਹੀ ਗੁਰੂ ਸਾਹਿਬ ਜੀ ਨੇ ਇਹ ਗੁਣ ਉਸ ਪਰਮੇਸ਼ਰ ਦੇ ਬਿਆਨ ਕੀਤੇ ਤੇ ਸਾਨੂੰ ਸਮਝਾਇਆ ਵੀ ਉਹ ਮਾਲਕ ਸਾਡੇ ਵਿੱਚ ਕਿੱਦਾਂ ਸਮਾਇਆ ਹੋਇਆ ਹੈ। ਤੋ ਕਰਤਾ ਉਹਨੇ ਸਾਨੂੰ ਪੈਦਾ ਕੀਤਾ ਹੈ ਤੇ ਪੁਰਖ ਬਣਾ ਕੇ ਉਹ ਸਾਡੇ ਵਿੱਚ ਬੈਠਾ ਹੋਇਆ, ਯਾਨੀ ਕਿ ਉਹ ਸਾਡੇ ਤੋਂ ਵੱਖਰਾ ਨਹੀਂ ਹੈ, ਸਾਡੇ ਵਿੱਚ। ਤਾਂ ਬਾਣੀ 'ਚ ਲਿਖਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਅਸੀਂ ਆਪਣੇ ਆਪ ਨੂੰ ਉਹਦਾ ਹਿੱਸਾ ਮੰਨ ਕੇ ਚੱਲਾਂਗੇ ਤੇ ਫਿਰ ਅਸੀਂ ਹਰ ਚੰਗੇ ਮਾੜੇ ਕੰਮ ਦੇ ਖੁਦ ਜ਼ਿੰਮੇਵਾਰ ਬਣਾਂਗੇ, ਅਸੀਂ ਮੰਨਾਂਗੇ। ਤਾਂ ਹੀ ਗੁਰੂ ਸਾਹਿਬ ਜੀ ਨੇ ਬਾਣੀ 'ਚ ਲਿਖਿਆ ਸੀ ਵੀ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆਂ, ਵੀ ਜਦੋਂ ਤੂੰ ਗਲਤ ਕੰਮ ਕਰਦਾ ਤੇ ਇਹਦਾ ਦੋਸ਼ ਤੂੰ ਉਸ ਮਾਲਕ ਦੇ, ਉਸ ਅਕਾਲ ਪੁਰਖ ਦੇ ਮੱਥੇ ਤੇ ਨਹੀਂ ਮੜ ਸਕਦਾ, ਇਹਦਾ ਜ਼ਿੰਮੇਵਾਰ ਤੂੰ ਖੁਦ ਆਪ ਹੈ। ਤੂੰ ਆਪ ਆਪਣੇ ਚੰਗੇ ਮਾੜੇ ਲੇਖ ਲਿਖਦਾ ਹੈ। ਤਾਂ ਆਖਿਆ ਸੀ ਨਾ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਜਦੋਂ ਅਸੀਂ ਇਹ ਮੰਨਾਂਗੇ ਉਹ ਕਰਤਾ ਪੁਰਖ ਸਾਡੇ ਵਿੱਚ ਵਾ, ਤੇ ਅਸੀਂ ਜਦੋਂ ਉਹਨੂੰ ਸਮਝ ਕੇ ਤੁਰਾਂਗੇ ਤੇ ਅਸੀਂ ਲੇਖ ਲਿਖਣ ਲੱਗਿਆਂ ਵੀ ਇਹ ਧਿਆਨ ਰੱਖਾਂਗੇ, ਮੈਂ ਇਹੋ ਜਿਹਾ ਲੇਖ ਨਾ ਲਿਖਾਂ, ਮੈਂ ਉਹੋ ਜਿਹਾ ਕਰਮ ਨਾ ਕਰਾਂ, ਮੈਂ ਉਹੋ ਜਿਹਾ ਕਦਮ ਨਾ ਪੁੱਟਾਂ ਜਿਹਦੇ ਨਾਲ ਮੈਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਤੋ ਇਹ ਮਾਲਕ ਦੇ ਗੁਣ ਨੇ, ਕਰਤਾ ਪੁਰਖ ਉਹ ਬਣਾ ਕੇ ਸਾਡੇ ਵਿੱਚ ਆਪ ਸਮਾਇਆ ਹੋਇਆ ਹੈ। ਨਿਰਭਉ, ਉਹ ਮਾਲਕ ਡਰ ਤੋਂ ਰਹਿਤ ਹੈ। ਕਿਉਂਕਿ ਇਹ ਗੱਲ ਦਾ ਖਿਆਲ ਰੱਖਣਾ, ਡਰਨ ਵਾਸਤੇ ਦੂਜੀ ਚੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਕੋਈ ਬੰਦਾ ਡਰਦਾ ਹੈ ਨਾ, ਤਾਂ ਇਹ ਵੇਖਦਾ ਕਿ ਉਹ ਦੂਜੇ ਤੋਂ ਮੈਨੂੰ ਡਰ ਆ ਰਿਹਾ, ਜਦੋਂ ਹੈ ਹੀ ਉਹ ਆਪ ਆ, ਕੱਲਾ ਵਾ, ਉਹਨੂੰ ਕਿਹਤੋਂ ਡਰ ਵਾ? ਕਿਉਂਕਿ ਉਹਨੇ ਆਪਣੇ ਆਪ ਨੂੰ ਆਪ ਬਣਾਇਆ। ਜਦੋਂ ਹੈ ਹੀ ਉਹ ਆਪ ਕੱਲਾ ਤੇ ਉਹਨੂੰ ਕਿਹਤੋਂ ਡਰ ਹੋਏਗਾ? ਤਾਂ ਗੁਰੂ ਸਾਹਿਬ ਜੀ ਨੇ ਜਦੋਂ ਇਹ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਨੇ ਕਿ ਉਹ ਮਾਲਕ ਨਿਰਭਉ ਹੈ, ਭਾਵ ਉਹ ਡਰ ਤੋਂ ਰਹਿਤ ਹੈ। ਇਹ ਗੁਣ ਜਿਹੜੇ ਮਾਲਕ ਨੇ ਜੋ ਬਖਸ਼ਿਸ਼ ਕੀਤੇ ਹੋਏ ਨੇ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੁਣ ਜਿਹੜੇ ਨੇ ਉਹ ਪ੍ਰਗਟ ਕਰਨੇ ਨੇ। ਭਾਵੇਂ ਉਹ ਕਰਤਾ ਪੁਰਖ ਵਾਲਾ ਗੁਣ ਹੈ, ਭਾਵੇਂ ਉਹ ਨਿਰਭਉ ਵਾਲਾ ਗੁਣ ਹੈ, ਭਾਵੇਂ ਉਹ ਨਿਰਵੈਰ ਵਾਲਾ ਗੁਣ ਹੈ, ਇਹ ਸਾਰੇ ਗੁਣ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਅੰਦਰੋਂ ਪ੍ਰਗਟ ਕਰਨੇ ਨੇ। ਜਦੋਂ ਅਸੀਂ ਬਾਣੀ ਚੋਂ ਪੜ੍ਹਦੇ ਹਾਂ ਵੀ ਚੇਤ ਗੋਬਿੰਦ ਅਰਾਧਿਐ ਹੋਵੈ ਆਨੰਦ ਕਣਾ, ਤਾਂ ਗੁਰਦੇਵ ਜੀ ਜਦੋਂ ਇਸੇ ਬਾਣੀ ਵਿੱਚ ਅੱਗੇ ਜਾ ਕੇ ਆਂਦੇ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਤੇ ਪ੍ਰਗਟ ਉਹ ਚੀਜ਼ ਹੁੰਦੀ ਹੈ ਜਿਹੜੀ ਪਹਿਲਾਂ ਮੌਜੂਦ ਹੋਵੇ। ਜਿਵੇਂ ਦੁੱਧ ਵਿੱਚ ਘਿਓ ਹੁੰਦਾ, ਅਸੀਂ ਘਿਓ ਬਾਹਰੋਂ ਲਿਆ ਕੇ ਨਹੀਂ ਪਾਉਂਦੇ, ਘਿਓ ਦੇ ਵਿੱਚ ਹੀ ਆ ਤੇ ਉਸੇ ਦੁੱਧ ਵਿੱਚੋਂ ਘਿਓ ਪ੍ਰਗਟ ਕੀਤਾ ਜਾਂਦਾ। ਜਿਵੇਂ ਦਰਵਾਜ਼ਾ ਖਿੜਕੀ ਲੱਕੜ ਵਿੱਚੋਂ ਪ੍ਰਗਟ ਕੀਤਾ ਜਾਂਦਾ ਵਾ, ਉਹ ਕੋਈ ਵੱਖਰਾ ਨਹੀਂ ਲਿਆਂਦਾ, ਕਾਰੀਗਰ ਔਜ਼ਾਰ ਪਾਸਿਓਂ ਲੈ ਕੇ ਆਉਂਦਾ, ਪਰ ਉਸੇ ਲੱਕੜ ਵਿੱਚੋਂ ਉਹ ਖਿੜਕੀਆਂ ਦਰਵਾਜ਼ੇ ਪ੍ਰਗਟ ਕਰਦਾ। ਤੋ ਇਦਾਂ ਹੀ ਜਦੋਂ ਅਸੀਂ ਮਾਲਕ ਦੀ ਬਾਣੀ ਪੜ੍ਹਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ, ਤੇ ਸਾਨੂੰ ਸਮਝ ਆ ਜਾਂਦਾ ਕਿ ਉਹ ਮਾਲਕ ਦੇ ਗੁਣ ਅਸੀਂ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰਨੇ ਆ। ਨਿਰਭਉ, ਨਿਰਭਉ ਦਾ ਅਰਥ ਹੈ ਉਹ ਡਰ ਤੋਂ ਰਹਿਤ ਹੈ। ਇਹ ਗੁਣ ਪ੍ਰਮਾਤਮਾ ਦਾ ਨਿਰਭਉ ਵਾਲਾ ਅਸੀਂ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ। ਜਦੋਂ ਅਸੀਂ ਵੀ ਚੰਗੇ ਕੰਮ ਕਰਾਂਗੇ ਅਸੀਂ ਡਰ ਤੋਂ ਰਹਿਤ ਹੋਵਾਂਗੇ। ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਗਸੇਤ। ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਕੰਮ ਚੰਗੇ ਕਰਾਂਗੇ, ਜ਼ਹਿਰ ਇਕੱਠਾ ਕਰਾਂਗੇ ਹੀ ਨਹੀਂ, ਤੇ ਅਸੀਂ ਡਰਾਂਗੇ ਕਿਉਂ? ਡਰ ਉਦੋਂ ਜ਼ਿੰਦਗੀ 'ਚ ਆਉਂਦਾ ਜਦੋਂ ਬੰਦਾ ਗਲਤ ਕਦਮ ਚੁੱਕਦਾ, ਜਦੋਂ ਬੰਦੇ ਨੇ ਪੁੱਠੇ ਕੰਮ ਕੀਤੇ ਨੇ, ਤੇ ਫਿਰ ਉਹਨੂੰ ਆਪਣੀ ਜ਼ਿੰਦਗੀ 'ਚ ਡਰ ਵੀ ਨਾਲ ਸਤਾਉਂਦਾ। ਡਰ ਅਸੀਂ ਲੈ ਕੇ ਨਹੀਂ ਪੈਦਾ ਹੋਏ, ਡਰ ਸਾਡੇ ਕੰਮਾਂ ਵਿੱਚੋਂ ਪੈਦਾ ਹੁੰਦਾ ਹੈ। ਤਾਂ ਜਦੋਂ ਅਸੀਂ ਕਹਾਂਗੇ ਮੈਂ ਮੂਲ ਮੰਤਰ ਦਾ ਪਾਠ ਕਰਦਾ, ਤਾਂ ਪਾਠ ਕਰਨ ਦਾ ਅਰਥ ਵਾ ਇਹ ਗੁਣ ਮੈਂ ਆਪਣੇ ਜੀਵਨ 'ਚੋਂ ਪ੍ਰਗਟ ਕਰਨਾ। ਵੀ ਨਿਰਭਉ ਕਿੱਦਾਂ ਬਣਨਾ? ਮੈਂ ਚੰਗੇ ਕੰਮ ਕਰਕੇ ਆਪਣੀ ਜ਼ਿੰਦਗੀ 'ਚ ਇਹ ਨਿਰਭਉ ਵਾਲਾ ਗੁਣ ਲੈ ਕੇ ਆਉਣਾ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ। ਵੈਰ ਵਾਸਤੇ ਵੀ ਦੂਜਾ ਚਾਹੀਦਾ। ਜਦੋਂ ਬੰਦਾ ਹੋਏਗਾ ਹੀ ਇੱਕ, ਤੇ ਵੈਰ ਕਿੱਦਾਂ ਕਰੇਗਾ? ਜਦੋਂ ਮਾਲਕ ਉਹ ਆਪ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਯਾਨੀ ਕਿ ਇਹ ਗੁਣ ਮੈਂ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ, ਸਾਡੇ 'ਚੋਂ ਵੈਰ ਮੁੱਕ ਜਾਣ। ਅੱਜ ਭੈਣਾਂ ਭਰਾਵਾਂ ਵਿੱਚ ਵੈਰ, ਸਮਾਜ ਵਿੱਚ ਵੈਰ, ਇਹ ਵੈਰ ਨੇ ਸਮਾਜ ਨੂੰ ਤਬਾਹੀ ਦੇ ਕੰਢੇ ਤੇ ਪਹੁੰਚਾਤਾ। ਪਰਿਵਾਰਾਂ ਦੇ ਪਰਿਵਾਰ ਤੋੜ ਕੇ ਰੱਖਦੇ। ਫਿਰ ਵੀ ਬੰਦਾ ਕਹਿ ਰਿਹਾ ਮੈਂ ਭਾਈ ਇੰਨਾ ਚਿਰ ਮੂਲ ਮੰਤਰ ਦਾ ਪਾਠ ਕਰਦਾ। ਕਹਿਣ ਦੀ ਲੋੜ ਨਹੀਂ ਚਾਹੀਦੀ। ਜਿਮ ਜਾਣ ਵਾਲੇ ਬੰਦੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਵਰਜਿਸ਼ ਕਰਦਾ। ਉਹਦੀ ਬੋਡੀ,
ਉਹਦੇ ਸਰੀਰ ਦੀ ਹਰਕਤ ਦੱਸ ਦਿੰਦੀ ਹੈ ਕਿ ਇਹ ਬੰਦਾ ਜਿਮ ਜਾਂਦਾ ਵਾ। ਜਿਮ ਜਾਣ ਵਾਲੇ ਬੰਦੇ ਨੂੰ ਕਦੀ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਇੰਨੇ ਘੰਟੇ ਜਿਮ ਜਾ ਕੇ ਵਰਜਿਸ਼ ਕਰਦਾ, ਪਰ ਬਾਣੀ ਪੜ੍ਹਨ ਵਾਲੇ ਨੂੰ ਦੱਸਣ ਦੀ ਕਿਉਂ ਲੋੜ ਪੈ ਰਹੀ ਹੈ? ਕਿਉਂ? ਕਿਉਂਕਿ ਉਹਦੇ ਜੀਵਨ 'ਚੋਂ ਬਾਣੀ ਦਿਸ ਨਹੀਂ ਰਹੀ। ਜਦੋਂ ਇਹ ਗੁਣ ਜੀਵਨ 'ਚੋਂ ਦੱਸਣਗੇ ਕਿ ਬੰਦਾ ਨਿਰਭਉ ਹੋ ਗਿਆ, ਬੰਦਾ ਨਿਰਵੈਰ ਹੋ ਗਿਆ। ਅੱਜ ਘੰਟਿਆਂ ਬੱਧੀ ਪਾਠ ਪਠਨ ਕਰਨ ਵਾਲਾ ਬੰਦਾ ਵੀ ਕਿਸੇ ਸਹਿਮ ਹੇਠ, ਕਿਸੇ ਡਰ ਹੇਠ ਜ਼ਿੰਦਗੀ ਜੂ ਰਿਹਾ ਤੇ ਵੈਰ ਵਿਰੋਧ ਈਰਖਾ ਨਾਲ ਭਰਿਆ ਪਿਆ। ਤੋ ਇਹ ਗੁਣ ਜਿਹੜੇ ਸਾਨੂੰ ਮੰਗਲਾਚਰਨ ਦੱਸੇ ਨੇ, ਇਹ ਗੁਣ ਆਪਣੀ ਜ਼ਿੰਦਗੀ ਵਿੱਚ ਅਸੀਂ ਪੈਦਾ ਕਰਨੇ ਆ। ਤਾਂ ਸਮਝ ਲਓ ਅਸੀਂ ਇਸ ਬਾਣੀ ਨੂੰ ਪੜ੍ਹ ਰਹੇ ਹਾਂ, ਸਮਝ ਰਹੇ ਹਾਂ। ਨਿਰਭਉ, ਅੱਗੇ ਆ ਗਿਆ ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ, ਉਹਦਾ ਕਿਸੇ ਨਾਲ ਵੈਰ ਨਹੀਂ। ਇਹ ਗੁਣ ਮਾਲਕ ਦਾ ਵਾ, ਇਹ ਮੈਂ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰਨਾ। ਬੈਠਾ ਮੇਰੇ ਆ ਅੰਦਰ ਵਾ, ਮੈਂ ਆਪਣੇ ਅੰਦਰੋਂ ਉਸ ਗੁਣ ਨੂੰ ਪ੍ਰਗਟ ਕਰਨਾ ਹੈ। ਨਾਨਕ ਮਨ ਸਮਝਾਈਐ, ਹੇ ਨਾਨਕ ਆਖ ਇਸ ਮਨ ਨੂੰ ਸਮਝਾਈਏ, ਗੁਰ ਕੈ ਸ਼ਬਦ ਸਲਾਹ। ਵੇਖੋ ਕਿੱਡੇ ਪਿਆਰੇ ਗੱਲ ਕਹੀ ਇੱਥੇ। ਆਮ ਸਾਡੇ ਕਹਿੰਦਾ ਮੈਂ ਬੜਾ ਸਮਝਾਇਆ ਜੀ ਉਹਨੂੰ, ਉਹ ਮੇਰੇ ਆਖੇ ਨਹੀਂ ਲੱਗਦਾ। ਮੈਂ ਬੜੀ ਗੁਰਮਤ ਦਾ ਗਿਆਨ ਦਿੱਤਾ, ਗੁਰਬਾਣੀ 'ਚ ਕਿਤੇ ਨਹੀਂ ਆਖਿਆ ਤੂੰ ਫਲਾਣੇ ਨੂੰ ਸਮਝਾ। ਨਾ ਨਾ ਨਾ, ਪ੍ਰਚਾਰਕ ਵੀ ਰਾਗੀ ਢਾਡੀ ਜਿੰਨੇ ਆ, ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ। ਅਸੀਂ ਦੱਸ ਸਕਦੇ ਹਾਂ, ਬਾਣੀ 'ਚ ਲਿਖਿਆ। ਸਮਝਾਉਣਾ ਆਪਣੇ ਆਪ ਨੂੰ ਖੁਦ ਬੰਦੇ ਨੇ ਆਪ ਹੈ। ਡਾਕਟਰ ਵੀ ਦੱਸ ਦਿੰਦਾ ਭਾਈ ਆਹ ਖਾ ਤੇ ਆਹ ਨਾ ਖਾ, ਪਰ ਧੱਕੇ ਨਾਲ ਥੋੜਾ ਕਿਸੇ ਦੇ ਮੂੰਹ 'ਚ ਪਾ ਸਕਦਾ ਹੈ। ਸੇਮ ਗੁਰੂ ਸਾਹਿਬ ਨੇ ਵੀ ਇਦਾਂ ਹੀ, ਗੁਰੂ ਸਾਹਿਬ ਨੇ ਵਿਚਾਰਤੀ ਵੀ ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆਂ, ਭਾਰ ਨਾ ਭਰਮਤ ਨਾ। ਜਿਹੜਾ ਸੱਚ ਨਾਲ ਰੰਗਿਆ ਜਾਂਦਾ ਉਹਦੇ ਮਨ ਉੱਤੇ ਫਿਰ ਵਿਕਾਰਾਂ ਦਾ ਭਾਰ ਨਹੀਂ ਹੁੰਦਾ। ਨਿਰਭਉ ਨਿਰਵੈਰ, ਉਹ ਵੈਰ ਤੋਂ ਰਹਿਤ ਹੋ ਜਾਂਦਾ ਹੈ। ਨਿਰਭਉ ਨਿਰਵੈਰ ਅਕਾਲ ਮੂਰਤ, ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਉਹਦੀ ਜਿਹੜੀ ਹਸਤੀ ਹੈ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ। ਅਸੀਂ ਸਮੇਂ ਦੇ ਪ੍ਰਭਾਵ 'ਚ ਆਉਂਦੇ ਹਾਂ, ਅਸੀਂ ਸਮੇਂ ਨਾਲ ਬਦਲਦੇ ਹਾਂ। ਸਾਡੇ ਘਰ ਖੁਸ਼ੀ ਹੁੰਦੀ ਹੈ, ਉਦੋਂ ਸਾਡਾ ਰੂਪ ਰੰਗ ਹੋਰ ਹੁੰਦਾ ਹੈ। ਜਦੋਂ ਸਾਡੇ ਘਰ ਗਮੀ ਆਉਂਦੀ ਆ, ਉਦੋਂ ਸਾਡਾ ਰੂਪ ਰੰਗ ਹੋਰ ਹੁੰਦਾ ਹੈ। ਉਹ ਮਾਲਕ ਅਕਾਲ ਮੂਰਤ ਹੈ, ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਕਿਉਂ? ਕਿਉਂਕਿ ਸਮੇਂ ਦੇ ਨਾਲ ਬਦਲਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਇਹ ਗੁਣ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ। ਜੇ ਜ਼ਿੰਦਗੀ 'ਚ ਖੁਸ਼ੀ ਵੇਲੇ ਤੂੰ ਐ ਫੁੱਲਿਆ ਨਹੀਂ ਸਮਾਉਂਦਾ, ਜਦੋਂ ਤੇਰੀ ਜ਼ਿੰਦਗੀ 'ਚ ਕੋਈ ਕਸ਼ਟ ਆਉਂਦਾ ਉਦੋਂ ਉਲਾਮੇ ਨਾ ਦੇ। ਤੂੰ ਵੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੋਣ ਵਾਲਾ ਇਹ ਗੁਣ ਉਸ ਮਾਲਕ ਵਿੱਚੋਂ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਕਰਨ ਦੀ ਕੋਸ਼ਿਸ਼ ਕਰ। ਤੇਰੇ ਵਿੱਚ ਇਹ ਗੁਣ ਪੈਦਾ ਹੋ ਸਕਣ, ਇਹ ਕੁਆਲਿਟੀ ਆ ਸਕੇ, ਇਹ ਜੀਵਨ ਦੀ ਖੂਬਸੂਰਤੀ ਬਣ ਸਕੇ। ਅਕਾਲ ਮੂਰਤ ਭਾਵ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਅਸੀਂ ਵੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੋਈਏ। ਜਿਵੇਂ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਜਿਵੇਂ ਸਤਿਗੁਰ ਜਦੋਂ ਦਿਆਲਤਾ ਦੇ ਘਰ 'ਚ ਆਉਂਦਾ ਬੰਦਾ ਹਰ ਰੰਗ ਨੂੰ ਮਾਣਦਾ। ਜਦੋਂ ਪੁੱਤਰ ਦਾ ਜਨਮ ਹੁੰਦਾ ਹੈ ਕਹਿੰਦਾ ਦਾਤਾ ਇਹ ਤੇਰੀ ਦਾਤ ਹੈ। ਜਦੋਂ ਘਰ 'ਚ ਕੋਈ ਘਟਨਾ ਵਾਪਰ ਜਾਏ ਕਹਿੰਦਾ ਮਾਲਕ ਹੈ ਵੀ ਤੂੰ ਮੇਰਾ ਇਮਤਿਹਾਨ ਲੈ ਰਿਹਾ, ਅਰਦਾਸ ਹੈ ਕਿ ਮੈਂ ਇਸ ਇਮਤਿਹਾਨ 'ਚੋਂ ਪਾਸ ਹੋ ਸਕਾਂ। ਖੁਸ਼ੀ ਗਮੀ ਦੇ ਵਿੱਚ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ। ਇਹ ਉਤਰਾ ਚੜਾ ਜ਼ਿੰਦਗੀ 'ਚ ਆਉਣੇ ਸੁਭਾਵਿਕ ਨੇ ਤੇ ਅਸੀਂ ਹਰ ਵਕਤ ਖਿੜੇ ਮੱਥੇ ਇਹਨਾਂ ਉਤਰਾ ਚੜਾ ਦਾ ਮੁਕਾਬਲਾ ਕਰਨਾ। ਇਹ ਗੁਣ ਅਸੀਂ ਆਪਣੀ ਜ਼ਿੰਦਗੀ 'ਚ ਪ੍ਰਗਟ ਕਰਨਾ ਅਕਾਲ ਮੂਰਤ ਵਾਲਾ, ਕਿ ਅਸੀਂ ਵੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੋ ਸਕੀਏ। ਤੋਂ ਅੱਗੇ ਜਾ ਕੇ ਜਦੋਂ ਆਉਂਦਾ ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਭਾਵ ਉਹ ਜੰਮਣ ਮਰਨ ਤੋਂ ਰਹਿਤ ਹੈ। ਹੁਣ ਅਸੀਂ ਕਿੱਦਾਂ ਅਜੂਨੀ ਬਣਨਾ? ਅੱਜ ਬੰਦਾ ਜੰਮਣ ਮਰਨ ਦੇ ਵਿੱਚ ਹੈ। ਕਿਵੇਂ ਜੰਮਣ ਮਰਨ ਦੇ ਵਿੱਚ ਹੈ? ਕਦੀ ਕਿਸੇ ਦਾ ਪਰਾਇਆ ਤਨ ਵੇਖ ਕੇ ਮਰਦਾ, ਕਦੀ ਕਿਸੇ ਦਾ ਧਨ ਵੇਖ ਕੇ ਮਰਦਾ, ਕਿਸੇ ਦੀ ਜਾਇਦਾਦ ਵੇਖ ਕੇ ਮਰਦਾ। ਜਿਹਨੂੰ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਵੀ ਪਰ ਧਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੇ, ਆਵਾ ਗਮਨ ਹੋਤ ਹੈ ਫੁਨ ਫੁਨ। ਇਹ ਆਵਾ ਗਮਨ ਦਿਹਾੜੇ ਵਿੱਚ ਪਤਾ ਨਹੀਂ ਕਿੰਨੀ ਵਾਰ ਚੱਲੀ ਜਾਂਦਾ। ਸਰੀਰ ਤੇ ਇੱਕ ਵਾਰ ਜੰਮਿਆ ਤੇ ਇੱਕ ਵਾਰ ਮਰੇਗਾ। ਮਨ ਪਤਾ ਨਹੀਂ ਕਿੰਨੀ ਵਾਰ ਜੰਮਦਾ ਤੇ ਕਿੰਨੀ ਵਾਰ ਮਰਦਾ ਹੈ। ਸੈਂਕੜੇ ਵਾਰ ਮਨ ਦਾ ਜਨਮ ਹੁੰਦਾ ਹੈ। ਕਦੀ ਕਿਸੇ ਦਾ ਤਨ ਵੇਖ ਕੇ ਹੌਕਾ ਨਿਕਲ ਜਾਂਦਾ, ਕਦੀ ਕਿਸੇ ਦਾ ਤਨ ਵੇਖ ਕੇ ਹੌਕਾ ਨਿਕਲ ਜਾਂਦਾ ਹੈ। ਜੰਮਣ ਮਰਨ ਦੀ ਕਿਰਿਆ ਮਨ ਦੀ ਚੱਲੀ ਜਾ ਰਹੀ ਹੈ। ਤੋਂ ਜਦੋਂ ਅਸੀਂ ਇਹ ਬਾਣੀ ਚੋਂ ਪੜਾਂਗੇ ਵੀ ਸਤਿਗੁਰ ਕੇ ਜਨਮੇ ਗਵਨ ਮਟਾਇਆ, ਜਦੋਂ ਅਸੀਂ ਗੁਰੂ ਦੇ ਘਰ ਵਿੱਚ ਸਾਡਾ ਜਨਮ ਹੋ ਗਿਆ, ਸਾਡੇ ਮਨ ਦੇ ਉਤਰਾ ਚੜਾ ਮੁੱਕ ਜਾਣਗੇ। ਇਹ ਅਜੂਨੀ ਵਾਲਾ ਗੁਣ ਵੀ ਅਸੀਂ ਆਪਣੀ ਜ਼ਿੰਦਗੀ ਚੋਂ ਪ੍ਰਗਟ ਕਰਨਾ ਕਿ ਮੈਂ ਵੀ ਅਜੂਨੀ ਹੋ ਸਕਾਂ। ਮੈਂ ਵੀ ਆਪਣੀ ਜ਼ਿੰਦਗੀ ਵਿੱਚ ਨਾਨਕ ਬੱਧਾ ਘਰ ਤਾਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਜੰਮਣ ਮਰਨ ਤੋਂ ਰਹਿਤ ਹੋਣਾ। ਭਾਵ ਮਨ ਇੱਕ ਅਵਸਥਾ ਚਾਣ ਕੇ ਟਿਕ ਗਿਆ ਵੀ ਹੁਣ ਭਾਈ ਖੁਸ਼ੀ ਗਮੀ ਤੋਂ ਰਹਿਤ ਹੋ ਗਿਆ। ਭਾਵ ਮਨੁੱਖ ਜ਼ਿੰਦਗੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਜਿਉਣ ਲੱਗ ਪਿਆ ਵੀ ਕਿਸੇ ਦੀ ਖੁਸ਼ੀ ਵੇਖ ਕੇ ਵਾਕਿਆ ਮਨ ਨੂੰ ਖੁਸ਼ੀ ਹੁੰਦੀ ਹੈ। ਖੁਸ਼ੀ ਤੇ ਗਮੀ 'ਚ ਵੀ ਫਰਕ ਹੈ। ਕਈ ਵਾਰੀ ਬੰਦਾ ਕਿਸੇ ਦਾ ਨੁਕਸਾਨ ਵੇਖ ਕੇ ਖੁਸ਼ ਹੁੰਦਾ ਤੇ ਕਿਸੇ ਦੀ ਤਰੱਕੀ ਵੇਖ ਕੇ
ਬੰਦੇ ਦੇ ਮਨ ਵਿੱਚ ਨਾਲ ਹੀ ਸਾੜਾ ਤੇ ਈਰਖਾ ਜਨਮ ਲੈਂਦੀ ਹੈ। ਹੋਣਾ ਇਹ ਚਾਹੀਦਾ ਕਿਸੇ ਦੀ ਖੁਸ਼ੀ ਵੇਖ ਕੇ ਮਨ 'ਚ ਚਾਹ ਚੜ੍ਹੇ ਤੇ ਕਿਸੇ ਦਾ ਦੁੱਖ ਵੇਖ ਕੇ ਲੱਗੇ ਵੀ ਭਾਈ ਇਦਾਂ ਨਹੀਂ ਸੀ ਹੋਣਾ ਚਾਹੀਦਾ, ਅੱਜ ਮਨ ਬੜਾ ਉਦਾਸ ਹੈ ਵੀ ਇੰਜ ਕਿਉਂ ਵਾਪਰਿਆ, ਇੰਜ ਕਿਵੇਂ ਹੋਇਆ। ਤਾਂ ਗੁਰੂ ਸਾਹਿਬ ਜੀ ਨੇ ਇਹ ਵਿਚਾਰ ਦਿੱਤੀ ਹੈ ਕਿ ਇਹ ਅਜੂਨੀ ਵਾਲਾ ਗੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣਾ। ਅਜੂਨੀ ਸਹਿਭੰਗ ਭਾਵ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਉਹਨੂੰ ਕਿਸੇ ਹੋਰ ਨੇ ਜਨਮ ਨਹੀਂ ਦਿੱਤਾ। ਇਹ ਗੁਣ ਅਸੀਂ ਆਪਣੀ ਜ਼ਿੰਦਗੀ 'ਚ ਕਿਵੇਂ ਲੈ ਕੇ ਆਉਣਾ? ਸਹਿਭੰਗ ਭਾਵ ਅਸੀਂ ਆਪਣੇ ਆਪ ਤੋਂ ਪੈਦਾ ਹੋਈਏ, ਭਾਵ ਅਸੀਂ ਕਿਸੇ ਦੇ ਆਸਰੇ ਤੇ ਜ਼ਿੰਦਗੀ ਨਾ ਜੀਈਏ। ਜਦੋਂ ਬੰਦਾ ਕਿਸੇ ਤੇ ਆਸਰੇ ਤੇ ਜ਼ਿੰਦਗੀ ਜਿਉਂਦਾ ਹੈ ਤੇ ਪੱਕੀ ਗੱਲ ਹੈ ਬੰਦਾ ਕਿਸੇ ਕੰਧ ਨੂੰ ਹੱਥ ਪਾ ਕੇ ਖਲੋਤਾ ਹੈ, ਜੇ ਉਹ ਕੰਧ ਡਿੱਗੇਗੀ ਤੇ ਬੰਦਾ ਵੀ ਜ਼ਰੂਰ ਡਿੱਗੇਗਾ। ਜਦੋਂ ਅਸੀਂ ਬਾਣੀ 'ਚੋਂ ਪੜ੍ਹਦੇ ਹਾਂ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਾਰ ਮੇਰੀ। ਤੋ ਇਹ ਗੁਣ ਕਿੱਦਾਂ ਦੱਸੇ ਵੀ ਨਾ ਤੁਮ ਡੋਲੋ, ਮਹਾਰਾਜ ਮੈਂ ਤੁਹਾਡਾ ਆਸਰਾ ਹੀ ਤਾਂ ਲਿਆ ਸੀ ਕਿ ਮੈਨੂੰ ਪਤਾ ਸੀ ਕਿ ਤੁਸੀਂ ਡੋਲਦੇ ਨਹੀਂ, ਮੈਨੂੰ ਤੁਸੀਂ ਡਿੱਗਣ ਨਹੀਂ ਦੇਣਾ। ਨਾ ਤੁਮ ਡੋਲੋ ਤੇ ਨਾ ਹਮ ਗਿਰਤੇ ਰੱਖ ਲੀਨੀ ਹਾਰ ਮੇਰੀ। ਜੇ ਉਹ ਮਾਲਕ ਦੇ ਵਿੱਚ ਇਹ ਗੁਣ ਵਾ ਕਿ ਉਹ ਸਹਿਬਹੰਗਾ ਪਾਓ ਆਪਣੇ ਆਪ ਤੋਂ ਬਣਿਆ, ਆਪਣੇ ਆਪ ਤੋਂ ਦਾ ਪ੍ਰਕਾਸ਼ ਹੋਇਆ, ਇਹ ਕੁਆਲਿਟੀ ਇਹ ਗੁਣ ਸਾਡੇ 'ਚ ਵੀ ਆਵੇ, ਅਸੀਂ ਵੀ ਆਪਣੀ ਜ਼ਿੰਦਗੀ 'ਚ ਕਿਸੇ ਦੇ ਮੁਹਤਾਜ ਨਾ ਹੋਈਏ। ਅੱਜ ਅਸੀਂ ਇੱਕ ਦੂਜੇ ਦੇ ਮੁਹਤਾਜ ਹੋ ਕੇ ਜ਼ਿੰਦਗੀ ਜੂਣ ਵਿੱਚ ਕਿਤੇ ਨਾ ਕਿਤੇ ਫੇਲ ਹੋਏ ਹਾਂ। ਆਪਣੇ 'ਚ ਕੁਆਲਿਟੀ ਜ਼ਿੰਦਗੀ ਜੂਣ ਦਾ ਤਰੀਕਾ ਸਿੱਖ ਪਾਈਏ, ਅੱਗੇ ਵਧਦੇ ਜਾਈਏ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਸਮਝਦੇ ਹਾਂ। ਅਸੀਂ ਆਪਣੀ ਜਦੋਂ ਅਸੀਂ ਇਹ ਕਵਾਂਗੇ ਇਸ ਚੀਜ਼ 'ਚੋਂ ਮੈਨੂੰ ਸੁੱਖ ਮਿਲਦਾ, ਇਹਦਾ ਅਰਥ ਇਹ ਸੁੱਖ ਸਾਡਾ ਮੁਹਤਾਜ ਆ। ਜਦੋਂ ਤੱਕ ਉਹ ਚੀਜ਼ ਮੇਰੇ ਕੋਲ ਆ, ਮੰਨ ਲਓ ਮਾਂ ਹੀ ਕਹਿੰਦੀ ਹੈ ਪੁੱਤ ਨੂੰ ਕਿ ਮੈਨੂੰ ਪੁੱਤ ਕੋਲੋਂ ਸੁੱਖ ਮਿਲਦਾ, ਜਦੋਂ ਤੱਕ ਪੁੱਤ ਹੈ ਤੇ ਸੁੱਖ ਹੈ, ਜਦੋਂ ਪੁੱਤ ਨਹੀਂ ਹੋਏਗਾ ਤਾਂ ਸੁੱਖ ਨਹੀਂ ਹੋਏਗਾ। ਤਾਂ ਬਾਣੀ ਚ ਆਖਿਆ ਸੀ ਨਾ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰੇ ਆਸਾ, ਵੱਡਾ ਹੋਏ ਤਨ ਖੱਟ ਦੇ ਕਰ ਭੋਗ ਵਿਲਾਸਾ। ਇਹ ਚੀਜ਼ਾਂ ਇੰਜ ਲੱਗਦੀਆਂ ਸੀ ਵੀ ਸ਼ਾਇਦ ਇਹਦੇ ਆਸਰੇ ਦੇ ਨਾਲ ਸਾਡੀ ਜ਼ਿੰਦਗੀ 'ਚ ਸੁੱਖ ਆਉਣਾ। ਪਰ ਬਾਣੀਆਂ ਦੀ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਅਸੀਂ ਸੱਚ ਦੇ ਆਸਰੇ ਤੇ ਜ਼ਿੰਦਗੀ ਜੂਵਾਂਗੇ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੁਣ ਲਿਆਵਾਂਗੇ ਕਿ ਅਸੀਂ ਮਾਲਕ ਦੇ ਆਸਰੇ ਤੇ ਆਪਣਾ ਜੀਵਨ ਬਤੀਤ ਕਰਨਾ, ਸਹਿਬੰਗ। ਤਾਂ ਫਿਰ ਇਹੋ ਜਿਹਾ ਮਾਲਕ ਜਿਹੜਾ ਜਿਹਦੇ ਵਿੱਚ ਇੰਨੇ ਗੁਣ ਨੇ, ਇੰਨੀ ਖੂਬਸੂਰਤੀ ਆ, ਇਹਨਾਂ ਗੁਣਾਂ ਦਾ ਖਜ਼ਾਨਾ ਉਹ ਮਾਲਕ ਵਾ, ਇਹਦੇ ਨਾਲ ਸਾਂਝ ਕਿੱਦਾਂ ਪੈਂਦੀ? ਕਹਿੰਦੇ ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਸਦਕਾ ਐਸੇ ਮਾਲਕ ਦੇ ਨਾਲ ਸਾਂਝ ਪੈਂਦੀ ਆ। ਇਹ ਜਿਹੜੇ ਗੁਣ ਮੰਗਲਾਚਰਨ ਸਾਨੂੰ ਦੱਸੇ ਨੇ, ਅਸੀਂ ਜਦੋਂ ਇੱਕ ਓੰਕਾਰ ਤੋਂ ਪੜ੍ਹਦੇ ਹਾਂ, ਕੋਈ ਬੰਦਾ ਕਹੇ ਜੀ ਮੈਂ ਇੱਕ ਓਂਕਾਰ ਦਾ ਪਾਠ ਕਰਦਾ, ਇੱਕ ਓਂਕਾਰ ਦਾ ਪਾਠ ਕਰਨ ਦਾ ਅਰਥ ਵਾ ਜੇ ਉਹ ਇੱਕ ਵਾ ਤੂੰ ਵੀ ਅੰਦਰੋਂ ਬਾਹਰੋਂ ਇੱਕ ਹੋ ਜਾ। ਅੱਜ ਬੰਦਾ ਅੰਦਰੋਂ ਬਾਹਰੋਂ ਇੱਕ ਨਹੀਂ, ਇਸੇ ਕਰਕੇ ਅੱਜ ਧੋਖੇ, ਬੇਈਮਾਨ, ਠੱਗੀਆਂ ਨੇ। ਜਿੱਦਾਂ ਦੀ ਸੋਚ ਬੰਦੇ ਦੀ ਆਪਣੇ ਬੱਚਿਆਂ ਪ੍ਰਤੀ ਆ, ਕਿ ਆਪਣੇ ਭਰਾ ਦੇ ਬੱਚਿਆਂ ਪ੍ਰਤੀ ਵੀ ਉਹ ਸੋਚ ਆ, ਆਪਣੇ ਤਾਏ ਚਾਚੇ ਦੇ ਬੱਚਿਆਂ ਪ੍ਰਤੀ ਵੀ ਉਹ ਸੋਚ ਆ। ਲੁੱਟ ਜਿਹੜਾ ਬੰਦਾ ਦਾਅਵਾ ਕਰਦਾ, ਜਿਵੇਂ ਮੈਂ ਆਰੰਭ 'ਚ ਕਿਹਾ ਸੀ ਕਿ ਜਿਮ ਜਾਣ ਵਾਲੇ ਬੰਦੇ ਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਜਿਮ ਜਾਣਾ, ਉਹਦੀ ਬੋਡੀ ਨੇ ਦੱਸ ਦੇਣਾ, ਉਹਦੇ ਸਰੀਰ ਨੇ ਦੱਸ ਦੇਣਾ। ਮੰਗਲਾਚਰਨ ਦਾ ਪਾਠ ਕਰਨ ਵਾਲੇ, ਮੂਲ ਮੰਤਰ ਦੇ ਪਾਠ ਕਰਨ ਵਾਲੇ ਨੇ ਉਹਦੇ ਵਿਹਾਰ 'ਚ ਦੱਸ ਦੇਣਾ ਕਿ ਭਾਈ ਜਿੱਦਾਂ ਦਾ ਵਿਹਾਰ ਆਪਣੇ ਬੱਚਿਆਂ ਨਾਲ ਆ, ਉੱਦਾਂ ਦਾ ਆਪਣੇ ਭਰਾ, ਦੋਸਤਾਂ, ਮਿੱਤਰਾਂ ਦੇ ਬੱਚਿਆਂ ਨਾਲ ਹੈ। ਯਾਨੀ ਕਿ ਠੱਗੀਆਂ, ਬੇਈਮਾਨੀਆਂ ਨਹੀਂ ਮਾਰਦਾ। ਘੰਟਿਆਂ ਬੱਧੀ ਪਾਠ ਕਰਨ ਵਾਲਾ ਇਸ ਗੱਲ ਦਾ ਦਾਅਵਾ ਕਰੇ ਪਰ ਲੁੱਟ ਖਸੁੱਟ, ਰਿਸ਼ਵਤਾਂ ਲਵੇ, ਬੇਈਮਾਨੀਆਂ ਕਰੇ, ਇਹਦਾ ਅਰਥ ਉਹਨੂੰ ਸਮਾਜ ਵਿੱਚੋਂ ਉਹ ਮਾਲਕ ਨਹੀਂ ਦਿਸਿਆ, ਉਹਨੇ ਦਰਸ਼ਨ ਨਹੀਂ ਕੀਤੇ। ਅਸੀਂ ਸਮੁੱਚੇ ਮੂਲ ਮੰਤਰ ਦੇ ਜਿਹੜੇ ਅਰਥ ਭਾਵ ਸਮਝਣ ਦਾ ਯਤਨ ਕੀਤਾ, ਇਹ ਗੁਣ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ। ਇੱਕ ਓੰਕਾਰ ਭਾਵ ਉਹ ਮਾਲਕ ਅਕਾਲ ਪੁਰਖ ਇੱਕ ਹੈ ਪਰ ਸਰਬ ਵਿਆਪਕ ਹੈ। ਮੈਂ ਵੀ ਉਹਦਾ ਇੱਕ ਹਿੱਸਾ ਵਾਂ, ਮੈਂ ਵੀ ਉਹਦਾ ਹੀ ਇੱਕ ਰੂਪ ਆ, ਤੇ ਮੈਂ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆਵਾਂ ਕਿ ਮੈਂ ਅੰਦਰੋਂ ਬਾਹਰੋਂ ਇੱਕ ਹੋ ਸਕਾਂ। ਸਤਨਾਮ ਉਹ ਸਦੀਵ ਹੋਂਦ ਵਾਲਾ, ਤੇ ਮੈਂ ਸਦੀਵ ਹੋਂਦ ਵਾਲਾ ਕਿੱਦਾਂ ਬਣਨਾ? ਸਰੀਰ ਸਦਾ ਨਹੀਂ ਰਹਿਣਾ, ਪਰ ਮੈਂ ਕੰਮ ਐਸੇ ਕਰਕੇ ਜਾਵਾਂ ਵੀ ਉਹ ਕੰਮ ਦੁਨੀਆ ਤੇ ਸਦਾ ਬੋਲਦੇ ਰਹਿਣ। ਜਿਵੇਂ ਰਹਿਣ ਨਾ ਪਾਵੇਂ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਜੀਵਤ ਪੇਖੇ, ਉਹ ਜੀਵਤ ਪੇਖੇ ਦਾ ਅਰਥ ਕੀ ਆ? ਕਿ ਉਹ ਅੱਜ ਵੀ ਜਿਉਂਦੇ ਨੇ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰ ਨਾ ਹੋਈ। ਜਦੋਂ ਮਨੁੱਖ ਗੁਰੂ ਦੇ ਸਿੱਖਿਆ ਦੁਆਰਾ ਆਪਣੇ ਅੰਦਰੋਂ ਬੁਰੇ ਵਿਚਾਰ ਮਾਰ ਲੈਂਦਾ ਤੇ ਫਿਰ ਇਹੋ ਜਿਹਾ ਇੱਕ ਜੀਵਨ ਮਿਲਦਾ। ਸਰੀਰ ਭਾਵੇਂ ਨਾ ਰਵੇ, ਬੰਦੇ ਦੇ ਕੰਮ ਸਦਾ ਦੁਨੀਆ ਤੇ ਬੋਲਦੇ ਨੇ। ਤੋ ਅਨੇਕਾਂ ਦੀ ਜੇ ਆਪਾਂ ਉਦਾਹਰਨਾਂ ਲਈਏ, ਬਹੁਤ ਦੁਨੀਆ ਤੇ ਜਿਹੜੇ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਨੇ, ਪਰ ਉਹਨਾਂ ਦੇ ਕੰਮ, ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ। ਜੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰੀਏ, ਸਰੀਰਕ ਤੌਰ ਤੇ ਸਾਡੇ ਸਾਹਮਣੇ ਅੱਜ ਕੋਈ ਵੀ ਗੁਰੂ ਪਾਤਸ਼ਾਹ ਸਾਡੇ ਵਿੱਚ ਨਹੀਂ, ਪਰ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਪਾਏ ਹੋਏ ਪੂਰਨੇ, ਉਹਨਾਂ ਦੇ ਕੀਤੇ ਹੋਏ ਪਰਉਪਕਾਰ ਅੱਜ ਵੀ ਸਾਡੇ ਵਿੱਚ ਮੌਜੂਦ ਨੇ, ਜਿਨ੍ਹਾਂ ਦਾ ਅਸੀਂ ਲਾਭ ਪ੍ਰਾਪਤ ਕਰ ਰਹੇ ਹਾਂ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਿੱਚ ਅਸੀਂ ਸਾਰੇ ਰਲ ਮਿਲ ਕੇ ਯੋਗਦਾਨ ਪਾ ਰਹੇ ਹਾਂ। ਤੋ ਸਦੀਵ ਹੋਂਦ ਵਾਲਾ, ਨਿਰਭਉ,
ਉਹ ਮਾਲਕ ਜਿਹੜਾ ਆਪ ਡਰ ਤੋਂ ਰਹਿਤ ਹੈ, ਜਿਹੜਾ ਸਾਡੇ ਅੰਦਰ ਸਮਾਇਆ, ਅਸੀਂ ਵੀ ਇਹ ਗੁਣ ਜ਼ਿੰਦਗੀ 'ਚ ਲਿਆ ਕੇ ਡਰਾਂ ਤੋਂ ਰਹਿਤ ਹੋ ਸਕੀਏ, ਨਿਰਵੈਰ ਵੈਰ ਤੋਂ ਰਹਿਤ ਹੋ ਸਕੀਏ। ਇਹ ਗੁਣ ਨੇ ਅਕਾਲ ਮੂਰਤ, ਜਿਹਦੀ ਹਸਤੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਤੇ ਅਸੀਂ ਵੀ ਸਮੇਂ ਦੇ ਪ੍ਰਭਾਵ ਤੋਂ ਰਹਿਤ ਕਿੱਦਾਂ ਹੋਣਾ? ਜਿਵੇਂ ਅਸੀਂ ਸਮੇਂ ਦੇ ਨਾਲ ਖੁਸ਼ੀ ਵੇਲੇ ਕਿੱਦਾਂ ਭੰਗੜੇ, ਸ਼ਰਾਬਾਂ, ਬੱਕਰੇ ਬੁਲਾਏ ਜਾਂਦੇ ਆ, ਕਿੱਦਾਂ ਅਸੀਂ ਜਾ ਕੇ ਇੰਜ ਮਹਿਸੂਸ ਕਰਾਉਣੇ ਵੀ ਜਿਹੜੀ ਸਾਨੂੰ ਖੁਸ਼ੀ ਲੱਭੀ ਕਿਸੇ ਹੋਰ ਨੂੰ ਲੱਭੀ ਨਹੀਂ। ਤੇ ਜਿੱਦਣ ਸਾਡੇ ਘਰ 'ਚ ਕੋਈ ਗਮੀ ਹੁੰਦੀ ਹੈ, ਜਾਨੀ ਕੋਈ ਚੜ੍ਹਾਈ ਕਰ ਜਾਂਦਾ, ਫਿਰ ਐ ਚਿਹਰੇ ਲਟਕਾਏ ਹੁੰਦੇ ਆ, ਇੰਜ ਲੱਗਦਾ ਦੁਨੀਆ ਖਤਮ ਹੋ ਗਈ, ਬਸ ਇਹ ਐਂਡ ਹੀ ਆ ਪਾਈ, ਹੁਣ ਤੋਂ ਬਾਅਦ ਤੇ ਬਸ ਖਤਮ ਹੋ ਗਈ। ਇਹਦਾ ਅਰਥ ਅਸੀਂ ਸਮੇਂ ਦਾ ਪ੍ਰਭਾਵ ਕਬੂਲਿਆ। ਜੇ ਜ਼ਿੰਦਗੀ 'ਚ ਇਹ ਗੁਣ ਸਾਡੇ 'ਚ ਆਏਗਾ, ਫਿਰ ਜਿਵੇਂ ਗੁਰੂ ਪਾਤਸ਼ਾਹ ਚਮਕੌਰ ਸਾਹਿਬ ਦੀ ਗੜੀ 'ਚ ਵੀ ਉਹ ਰੰਗ ਆ, ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਉਹ ਰੰਗ ਵਾ, ਪੁੱਤਰਾਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘਣ ਵਕਤ ਵੀ ਉਹ ਰੰਗ ਆ। ਅਰਦਾਸ ਕਰੋ ਦਾਤਾ, ਜੇ ਜ਼ਿੰਦਗੀ 'ਚ ਕਿਤੇ ਦੁੱਖ ਤਕਲੀਫ ਆਵੇ, ਅਸੀਂ ਵੀ ਇੱਕੋ ਰੰਗ ਵਿੱਚ ਰਹਿ ਕੇ ਜ਼ਿੰਦਗੀ ਜੂ ਸਕੀਏ। ਖੁਸ਼ੀ ਗਮੀ ਦੇ ਖੁਸ਼ੀ ਆਵੇ, ਉਛਲੀਏ ਨਾ, ਤੇ ਗਮ ਵੇਲੇ ਉਲਾਮੇ ਨਾ ਦਈਏ। ਅਸੀਂ ਵੀ ਇਹ ਅਕਾਲ ਮੂਰਤ ਵਾਲਾ ਜਿਹੜਾ ਗੁਣ ਵਾ ਉਹ ਆਪਣੀ ਜ਼ਿੰਦਗੀ 'ਚ ਲਿਆ ਸਕੀਏ। ਅਕਾਲ ਮੂਰਤ ਤੇ ਇਹ ਗੁਣ ਸਾਡੀ ਜ਼ਿੰਦਗੀ 'ਚ, ਅਕਾਲ ਮੂਰਤ। ਫਿਰ ਜਿਹੜੇ ਅਜੂਨੀ ਭਾਵ, ਅਸੀਂ ਕਿੱਦਾਂ ਅਜੂਨੀ ਬਣਨਾ, ਜੂਨਾਂ ਤੋਂ ਕਿਵੇਂ ਰਹਿਤ ਹੋਣਾ, ਜਿਹੜਾ ਮਨ ਸਾਡਾ ਜੰਮਦਾ ਮਰਦਾ, ਉਤਰਾਅ ਚੜ੍ਹਾਅ ਸਾਡੇ ਜੀਵਨ ਦੇ ਵਿੱਚ ਜਿਹੜੇ ਆਉਂਦੇ ਨੇ, ਉਹ ਅਸੀਂ ਉਹਨਾਂ ਤੋਂ ਅਸੀਂ ਰਹਿਤ ਹੋ ਸਕੀਏ। ਸਹਿਭੰਗ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ, ਤੇ ਅਸੀਂ ਵੀ ਆਪਣੀ ਜ਼ਿੰਦਗੀ 'ਚ ਆਪਣੇ ਆਪ ਤੋਂ ਪੈਦਾ ਕਿੱਦਾਂ ਕਰਨਾ? ਅਸੀਂ ਗੁਰੂ ਦੇ ਆਸਰੇ ਤੇ ਆਪਣੇ ਅੰਦਰੋਂ ਇਨਸਾਨੀਅਤ ਪੈਦਾ ਕਰੀਏ। ਆਪਣੇ ਵਿੱਚੋਂ ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੇ ਮਨ ਆਪਾ ਮੱਧੇ, ਆਪ ਪ੍ਰਗਾਸਿਆ। ਆਪਣੇ ਵਿੱਚੋਂ ਆਪਣੇ ਆਪ ਦਾ ਪ੍ਰਕਾਸ਼ ਕਰਨਾ, ਇਹ ਸਹਿਭੰਗ ਵਾਲਾ ਗੁਣ ਅਸੀਂ ਲੈ ਕੇ ਆਉਣਾ। ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ। ਤੇ ਇਹ ਐਸਾ ਮਾਲਕ ਜਿਹਦੇ ਵਿੱਚ ਅਨੇਕਾਂ ਗੁਣ ਨੇ, ਇਹ ਗੁਣ ਅਸੀਂ ਆਪਣੀ ਜ਼ਿੰਦਗੀ 'ਚੋਂ ਕਿੱਦਾਂ ਪ੍ਰਗਟ ਕਰਨੇ ਨੇ? ਕਿਤੇ ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਅਸੀਂ ਕੱਲੇ ਨੇ ਆਪਣੀ ਜ਼ਿੰਦਗੀ 'ਚੋਂ ਇਹ ਗੁਣ ਪ੍ਰਗਟ ਕਰਨੇ ਨੇ। ਤੇ ਆਪਾਂ ਯਤਨ ਕਰਨਾ। ਜਪ ਬਾਣੀ ਦੇ ਆਰੰਭ ਵਿੱਚ ਆਇਆ ਹੋਇਆ ਇਹ ਮੰਗਲਾਚਰਨ, ਜਿਹਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਆ, ਇਹਦੇ ਆਪਾਂ ਸੰਖੇਪ ਸ਼ਬਦਾਂ ਵਿੱਚ ਅਰਥ ਭਾਵ ਸਮਝੇ ਨੇ। ਆਸ ਹੈ, ਉਮੀਦ ਹੈ ਤੁਸੀਂ ਇਹ ਤੋਂ ਲਾਭ ਪ੍ਰਾਪਤ ਕਰੋਗੇ। ਆਪ ਪੜ੍ਹੋਗੇ, ਸਮਝੋਗੇ, ਵਿਚਾਰੋਗੇ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਗੁਣ ਪ੍ਰਗਟ ਕਰ ਸਕੀਏ। ਕਿੰਨੇ ਘੰਟੇ ਕੋਈ ਪਾਠ ਕਰਦਾ, ਇਹ ਮੈਟਰ ਨਹੀਂ ਕਰਦਾ। ਇਹ ਵੇਖਿਆ ਜਾਣਾ ਇਹਦਾ ਸਮਾਜ ਵਿੱਚ ਵਰਤਾਰਾ ਕੀ ਆ, ਇਹ ਸਮਾਜ ਵਿੱਚ ਰਹਿੰਦਾ ਕਿੱਦਾਂ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਜਿਉਂਦਾ ਹੈ। ਆਓ ਇੱਥੋਂ ਤੱਕ ਸੀ ਮੰਗਲਾਚਰਨ ਦੀ ਆਪ ਵਿਚਾਰ। ਇਸ ਤੋਂ ਬਾਅਦ ਅੱਗੇ ਜਪ, ਫਿਰ ਅੱਗੇ ਸਲੋਕ, ਇਹਦੇ ਵਿਚਾਰ ਆਪਾਂ ਆਉਣ ਵਾਲਾ ਜਿਹੜਾ ਹੋਏਗਾ ਸਮਾਂ, ਉਹਦੇ ਵਿੱਚ ਆਪਾਂ ਫਿਰ ਸਾਂਝੇ ਕਰਾਂਗੇ। ਆਪ ਜੀ ਇਹਨਾਂ ਧਿਆਨ ਨਾਲ ਸੁਣੋ, ਪੜ੍ਹੋ, ਵਿਚਾਰੋ, ਤੇ ਗੁਰੂ ਦੀ ਬਾਣੀ ਵਿੱਚੋਂ ਆਪਾਂ ਸਿੱਖਿਆ ਲੈਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।